ਇੱਥੇ ਗਾਉਣ ਵਾਲੇ ਸਿਰਾਂ ਤੇ ਪੱਗਾਂ ਬੰਨ੍ਹਦੇ ਆ, ਉਹ ਜੱਟ 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 ਪ੍ਰਮੋਟ ਕਰੀ ਜਾਂਦੇ ਆ। ਆਉਂਦੀ ਏ ਆਵਾਜ਼ ਜੱਟਾ ਤੁਣ ਤੁਣ ਦੀ, ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ। ਤੇ ਮੈਂ ਸੰਗਤ ਨੂੰ ਪੁੱਛਦਾ ਵੀ ਚਮਕੀਲਾ ਕੀਰਤਨ ਕਰਦਾ ਸੀ ਕਿ ਚਮਕੀਲਾ ਵਾਰਾਂ ਗਾਉਂਦਾ ਸੀ? ਸ਼ਰਮ ਨਹੀਂ ਆਉਂਦੀ ਇਸ ਮੇਰੇ ਖਿਆਲ ਨਾਲ 50 ਸਾਲ ਦਾ ਹੋਣ ਲੱਗਾ ਆ ਬੁੱਢਾ ਖੇਖੜ, ਇਸ ਗਾਉਣ ਵਾਲੇ ਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਸੁਆਹ ਪਾ ਰਿਹਾ, ਤੂੰ ਆਪਣੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਵਾ ਰਿਹਾ। ਇਹ ਸ਼ਬਦ ਬੋਲੇ ਸੀ ਵੀ ਇਹ ਗਾਉਣ ਗੂਣ ਵਾਲੇ ਫੁਕਰੀਆਂ ਸਟੇਜਾਂ ਤੇ ਮਾਰਦੇ ਹੁੰਦੇ ਆ, ਜਦੋਂ ਹਕੀਕਤ ਦੇ ਵਿੱਚ ਹਥਿਆਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ, ਉਦੋਂ ਹਥਿਆਰ ਨਹੀਂ ਨਿਕਲਦੇ, ਉਦੋਂ ਕੁਝ ਹੋਰ ਨਿਕਲ ਜਾਂਦਾ। ਜੋ ਤੁਸੀਂ ਵੀਡੀਓ 'ਚ ਸੁਣਿਆ, ਫਿਰ ਉਹ ਸ਼ਬਦ ਮੈਂ ਬੋਲੇ ਆ, ਮੈਨੂੰ ਕੋਈ ਅਫਸੋਸ ਨਹੀਂ ਆ। ਪਹਿਲਾਂ ਮੇਰੇ ਤੋਂ ਦਰਖਾਸਤ ਦੇ ਕੇ ਆਉਂਦੇ, ਫਿਰ ਬਾਹਰ ਆਪਣੇ ਇਕੱਠੇ ਹੋ ਕੇ ਹਥਿਆਰ ਲਹਿਰਾ ਕੇ ਉਹ ਕਹਿੰਦੇ ਜੀ ਅਸੀਂ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਦਾ ਸਹੁੰ ਲਾਵਾਂਗੇ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਲਾਡਲੀਆਂ ਫੌਜਾਂ ਦੀ ਅਸੀਂ ਇੱਜ਼ਤ ਕਰਦੇ ਆ, ਤੇ ਜੇ ਡਾਕਟਰ ਗੁਰਿੰਦਰ ਦਾ ਸਹੁੰ ਲਾਵਾਂਗੇ, ਡਾਕਟਰ ਗੁਰਿੰਦਰ ਸਿੰਘ ਹਲਵਾ ਆ, ਇਹ ਲਾਹਨਤ ਨਹੀਂ ਹੈ? ਜੱਟੀ ਪਠਾਣਾ ਦੀ ਬੰਦੂਕ ਵਰਗੀ ਹੈ ਨਾ, ਪਹਿਲੀ ਉਂਗਲ ਦੇ ਨਾਲ ਚੱਕ ਲਾ ਜੱਟੀ ਮਲਾਈ ਵਰਗੀ ਚਮਕੀਲਾ ਘਾਉਂਦਾ ਸੀਗਾ ਜੀ। ਭੈਣ ਦੇਣੀਏ ਤੇਲ ਭਾਂਬੜ ਤੇ ਭਾ ਬੈਠੀ, ਉਹ ਤੱਕਦਾ ਰਿਹਾ ਵੇ ਮੈਂ ਤੇਲ ਪੱਟਾਂ ਨੂੰ ਲਾਉਂਦੀ ਸੀ। ਉਹ ਤਾਂ ਤੁਸੀਂ ਕਿਹਾ ਕਿ ਜੱਟਾਂ ਨੂੰ ਮੋਦੀ ਸਾਹਿਬ ਠੀਕ ਕਰਨਗੇ, ਇਹ ਕਿੰਨੀ ਕੁ ਵਾਜਬ ਗੱਲ ਆ? ਸੋ ਇਹਨਾਂ ਨੂੰ ਸੈੱਟ ਦੇਖੋ, ਮੈਂ ਤੇ ਇਹੀ ਗੱਲ ਕਹਿਣਾ ਵੀ ਇਹਨਾਂ ਨੂੰ ਸੈੱਟ ਅਗਰ ਕਰੂਗਾ ਤੇ ਉਹ ਮੋਦੀ ਕਰ ਸਕਦਾ ਹੈ। ਮਤਲਬ ਇਹ ਮਤਲਬ ਮੇਰੇ ਸ਼ਬਦ ਹੁਣ ਮੇਰੇ ਮੂੰਹ ਦੇ ਵਿੱਚੋਂ ਨਿਕਲ ਰਹੇ ਆ। ਤੇ ਜਿਹੜਾ ਮੁੱਛਾਂ ਨੂੰ ਵੱਟ ਦੇ ਕੇ ਤੇ ਜੁੱਜਾਂ ਤੇ ਜ਼ੁਲਮ ਕਰਦਾ, ਸ਼ਮਸ਼ਾਨ ਘਾਟ ਦੋ ਕਰਦਾ, ਗੁਰਦੁਆਰੇ ਜਾਤਾਂ ਦੇ ਆਧਾਰ ਤੇ ਬਣਾਉਂਦਾ, ਅਸੀਂ ਉਹਨੂੰ ਘੜਾਮ ਚੌਧਰੀ ਕਹਿੰਦੇ ਆ। ਜੱਟ ਵੀ ਅਸੀਂ ਘੜਾਮ ਚੌਧਰੀਆਂ ਨੂੰ ਕਹਿੰਦੇ ਆ। ਜੱਟ ਵਰਸੀ ਦਲਿਤ ਬਣੇ ਤੇ ਸਿੱਖ ਵਰਸੀ ਕਾਮਰੇਡ ਬਣੇ, ਤਾਂ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿਤੇ ਗੱਲ ਉਧਰ ਨੂੰ ਜਾ ਰਹੀ ਆ, RSS ਦਾ ਜਿਹੜਾ ਏਜੰਡਾ ਹੈ ਉਹ ਫਿੱਟ ਹੋ ਰਿਹਾ? ਤੇ ਇਹ ਜਿਹੜੀਆਂ ਲਾਡਲੀਆਂ ਫੌਜਾਂ ਜਿਹੜੀਆਂ ਕਾਨੂੰਨ ਦੇ ਦਾਇਰੇ ਚੋਂ ਬਾਹਰ ਜਾ ਕੇ ਸੋਚ ਰਹੀਆਂ ਵੀ ਅਸੀਂ ਗੁੱਟ ਵੱਢ ਦਾਂਗੇ ਪੁਲਿਸ ਵਾਲਿਆਂ ਦੇ, ਅਸੀਂ ਬੰਦਾ ਮਾਰ ਕੇ ਟੰਗ ਦੇਵਾਂਗੇ ਸਿੰਘੂ ਬਾਰਡਰ ਤੇ ਜਿਵੇਂ ਟੰਗਤਾ ਸੀ, ਜਿਵੇਂ ਅਸੀਂ ਕਪੂਰਥਲੇ ਦੇ ਵਿੱਚ ਗੁਰਦੁਆਰੇ 'ਚ ਬੰਦਾ ਮਾਰ ਕੇ ਟੰਗ ਦਿੱਤਾ ਸੀ, ਉਹ ਹੁਣ ਸਾਰੇ ਟੰਗੇ ਪਏ ਆ ਅੰਦਰ। ਜਿਹੜੇ ਲੋਕ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਨੂੰ ਪਹਿਲਾਂ ਕਾਨੂੰਨੀ ਤੌਰ ਦੇ ਉੱਤੇ ਉਹਦੇ ਤੇ ਦਰਖਾਸਤ ਦੇਣ ਜਾਂਦੇ ਆ ਲੁਧਿਆਣੇ, 100-150 ਬੰਦਾ ਇਕੱਠਾ ਹੋ ਕੇ, ਗਰਮ ਖਿਆਲੀ ਭਿੰਡਰਾਂ ਵਾਲੇ ਨੂੰ ਮੰਨਣ ਵਾਲੇ ਲੋਕ, ਅਸੀਂ ਗਾਤਰੇ ਪਾ ਕੇ ਜਦੋਂ ਤੇ ਗੁਰਦੁਆਰੇ ਦੀ ਪ੍ਰਧਾਨਗੀ ਲੈਣੀ ਆ ਤੇ ਗੋਲਕ ਸਾਹਮਣੀ ਆ, ਉਦੋਂ ਅਸੀਂ ਸਿੱਖ ਬਣ ਜਾਂਦੇ ਆ। ਜਦੋਂ ਅਸੀਂ ਦੁਨੀਆ ਦੀ ਹਮਦਰਦੀ ਲੈਣੀ ਆ ਤੇ ਕਰਜ਼ਾ ਲੈਣਾ ਆ ਮਨਦੀਪ ਜੀ, ਉਦੋਂ ਅਸੀਂ ਕਿਸਾਨ ਬਣ ਜਾਂਦੇ ਆ। ਆਪਣੀ ਸੁਵਿਧਾ ਦੇ ਅਨੁਸਾਰ ਮਤਲਬ ਵਰਤੀ ਜਾਂਦੇ ਆ ਨਾ ਸ਼ਬਦਾਂ ਨੂੰ। ਸਿੱਖ ਆਗੂਆਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਚੀਜ਼ਾਂ ਤੇ ਬੈਨ ਕਰਨਾ ਚਾਹੀਦਾ ਆ ਵੀ ਗਾਤਰਾ ਪਾ ਕੇ ਵੀ ਲੋਕੀ ਆਪਣੇ ਨਾਮ ਦੇ ਨਾਲ ਗਰੇਵਾਲ, ਢਿੱਲੋਂ, ਬਾਜਵਾ, ਬੱਲ ਇਹ ਲਿਖਦੇ ਆ। ਜਦੋਂ ਗੁਰੂ ਨੇ ਤੁਹਾਡੀ ਜਾਤ ਖਤਮ ਕਰਕੇ ਤੁਹਾਨੂੰ ਸਿੱਖ ਬਣਾ ਦਿੱਤਾ, ਸ਼ੂਦਰ ਤੋਂ ਤੁਹਾਨੂੰ ਖਾਲਸੇ ਬਣਾ ਦਿੱਤਾ, ਤੁਸੀਂ ਖਾਲਸੇ ਤੋਂ ਫੇਰ ਸ਼ੂਦਰ ਬਣੀ ਜਾਂਦੇ ਆ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ, ਮੈਂ ਮਨਦੀਪ। ਅਕਸਰ ਹੀ ਸਾਡਾ ਹਰੇਕ ਇਨਸਾਨ ਦਾ ਕਿਸੇ ਨਾ ਕਿਸੇ ਨਾਲ ਵਾਦ ਵਿਵਾਦ ਹੁੰਦਾ ਰਹਿੰਦਾ, ਪਰ ਅੱਜ ਜਿਹੜੇ ਸ਼ਖਸ ਨਾਲ ਤੁਹਾਨੂੰ ਮਿਲਾਉਣਾ, ਉਹਨਾਂ ਦਾ ਇੱਕ ਵਿਵਾਦ ਨਾਲੋਂ ਨਾਤਾ ਥੋੜ੍ਹਾ ਜਿਹਾ ਟੁੱਟਦਾ ਤੇ ਨਾਲ ਦੀ ਨਾਲ ਹੀ ਦੂਜੇ ਵਿਵਾਦ ਨਾਲ ਨਾਤਾ ਜੁੜ ਜਾਂਦਾ। ਉਹ ਕੌਣ ਨੇ? ਉਹਨੇ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਜੀ। ਉਹ ਆਪਣੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਮਨਦੀਪ ਜੀ। ਔਰ ਦੁਨੀਆ ਚੈਨਲ ਦੇਖ ਰਹੇ ਦੇਸ਼ਾਂ ਵਿਦੇਸ਼ਾਂ ਦੇ ਦਰਸ਼ਕਾਂ ਨੂੰ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਧੰਨਵਾਦ ਮਨਦੀਪ ਜੀ। ਜਿਵੇਂ ਮੈਂ ਵਾਦ ਵਿਵਾਦ ਦੀ ਗੱਲ ਕੀਤੀ ਹੈ ਜੀ, ਕਿ ਤੁਹਾਡਾ ਵਾਦ ਵਿਵਾਦ ਦੇ ਨਾਲ ਰਿਸ਼ਤਾ ਜੁੜਦਾ ਹੀ ਰਹਿੰਦਾ, ਕਿਤੇ ਨਾ ਕਿਤੇ ਗੱਲ ਆਉਂਦੀ ਰਹਿੰਦੀ ਆ ਵੀ ਤੁਹਾਡੇ ਨਾਲ ਕੋਈ ਨਾ ਕੋਈ ਕੰਟਰੋਵਰਸੀ ਹੋਈ ਰਹਿੰਦੀ ਆ। ਇਹ ਕਿਉਂ ਆ, ਕਿਉਂ ਹੁੰਦੀ ਆ ਕੰਟਰੋਵਰਸੀ? ਗੱਲ ਹੈ ਕਿ ਜਦੋਂ ਮਨਦੀਪ ਜੀ, ਜਦੋਂ ਵੀ ਅਸੀਂ ਹੱਕ ਸੱਚ ਦੀ ਗੱਲ ਕਰਦੇ ਆ, ਤੁਸੀਂ ਜਦੋਂ ਸੱਚ ਦੇ ਮਾਰਗ ਦੇ ਉੱਤੇ ਚੱਲਦੇ ਆ ਤੇ ਤੁਹਾਡਾ ਵਿਰੋਧ ਹੁੰਦਾ ਹੈ। ਕੁਝ ਲੋਕ ਨੇ ਜੋ ਇੱਥੇ ਸਾਡੇ ਮਹਾਂਪੁਰਸ਼ਾਂ ਦਾ ਵੀ ਵਿਰੋਧ ਕੀਤਾ ਸੀ। ਮੈਂ ਤੁਹਾਡੇ ਤੋਂ ਪੁੱਛਦਾ ਹਾਂ ਤੇ ਦੁਨੀਆ ਚੈਨਲ ਦੇਖ ਰਹੇ ਦੇਸ਼ਾਂ ਵਿਦੇਸ਼ਾਂ ਦੇ ਦਰਸ਼ਕਾਂ ਨੂੰ ਪੁੱਛਦਾ ਹਾਂ ਕਿ ਤੁਸੀਂ ਦੱਸੋ, ਜਦੋਂ ਸਾਡੇ ਬਾਬਾ ਨਾਨਕ ਜੀ ਨੇ ਇਸ ਮਾਰਗ ਤੇ ਪੈਰ ਧਰਿਆ ਸੀ ਤੇ ਲੋਕਾਂ ਨੇ ਪੱਥਰ ਵੀ ਮਾਰੇ ਸਨ, ਉਹਨਾਂ ਨੂੰ ਬਹੁਤ ਅਪਸ਼ਬਦ ਵੀ ਬੋਲੇ ਸਨ, ਪਰ ਸਾਡੇ ਬਾਪੂ ਨਾਨਕ ਜੀ ਨੇ ਇਸ ਮਾਰਗ ਤੋਂ ਪੈਰ ਪਿੱਛੇ ਨਹੀਂ ਸੀ ਕੀਤਾ।
ਤੇ ਬਾਬਰ ਦੇ ਮੂੰਹ ਤੇ ਜਾਬਰ ਕਹਿਣ ਦੀ ਤਾਕਤ ਮੈਨੂੰ ਮੇਰੇ ਬਾਪੂ ਨਾਨਕ ਤੋਂ ਮਿਲਦੀ ਆ। 35 ਮਹਾਪੁਰਸ਼ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਰਾਜਮਾਨ ਨੇ, ਸਤਿਗੁਰੂ ਰਵਿਦਾਸ ਮਹਾਰਾਜ, ਸਤਿਗੁਰੂ ਕਬੀਰ ਸਾਹਿਬ ਮਹਾਰਾਜ, ਸਤਿਗੁਰੂ ਨਾਮਦੇਵ ਮਹਾਰਾਜ, ਔਰ 35 ਦੇ 35 ਮਹਾਪੁਰਸ਼, ਉਹ 35 ਦੇ 35 ਗੁਰੂ ਨੇ। ਔਰ ਅਸੀਂ ਭਗਵਾਨ ਵਾਲਮੀਕ ਜੀ ਦੀ ਕਲਮ ਸਾਨੂੰ ਇਸ਼ਾਰਾ ਕਰਦੀ ਹੈ ਕਿ ਗਿਆਨ ਹੀ ਸੰਸਾਰ ਦਾ ਮੂਲ ਆਧਾਰ ਹੈ। ਜਦੋਂ ਤੁਸੀਂ ਆਪਣੇ ਮਹਾਪੁਰਸ਼ਾਂ ਦੀ ਸੋਚ ਤੇ ਪਹਿਰਾ ਦੇਵੋਗੇ ਮਨਦੀਪ ਜੀ, ਤੇ ਦੁਨੀਆ ਦੇਖ ਰਹੇ ਦੇਸ਼ਾਂ ਵਿਦੇਸ਼ਾਂ ਦੇ ਦਰਸ਼ਕੋ ਤੁਹਾਡੇ ਨਾਲ ਵਾਦ ਵਿਵਾਦ ਤੇ ਆਪੇ ਹੀ ਜੁੜਨਾ ਆ। ਸੋ ਆਹ ਗੱਲਬਾਤ ਆ ਜੀ, ਮੈਂ ਸੱਚ ਬੋਲਦਾ ਆ। ਗਰੀਬਾਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਆ ਮਨਦੀਪ ਜੀ। ਤੇ ਕੁਝ ਕੜਮ ਚੌਧਰੀ ਇਸ ਦੇਸ਼ ਦੇ ਵਿੱਚ ਅੱਜ ਵੀ ਨੇ ਜਗੀਰਦਾਰੇ, ਜਿਹੜੇ ਕਦੀ ਨਹੀਂ ਚਾਹਣਗੇ ਕਿ ਮਜ਼ਦੂਰ ਉਹਨਾਂ ਦੀ ਗੁਲਾਮੀ ਚੋਂ ਨਿਕਲ ਜਾਣ। ਤੇ ਅਸੀਂ ਮਜ਼ਦੂਰਾਂ ਨੂੰ ਗੁਲਾਮੀ ਚੋਂ ਕੱਢਣਾ ਆ। ਅਸੀਂ ਉਹਨਾਂ ਨੂੰ ਬਾਰ-ਬਾਰ ਕਹਿੰਦੇ ਆ ਕਿ ਖੁਰਲੀਆਂ 'ਚ ਹੱਥ ਮਾਰਨੇ ਬੰਦ ਕਰ ਦਿਓ। ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਪੈਂਦਾ ਤੇ ਬਹਿਣਾ ਬੰਦ ਕਰ ਦਿਓ। ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਚਾਚੇ ਕਹਿਣਾ ਬੰਦ ਕਰ ਦਿਓ। ਜਦੋਂ ਅਸੀਂ ਇਹ ਗੱਲ ਕਰਾਂਗੇ ਤੇ ਜਿਹੜੇ ਫਿਰ ਧਨਾੜ ਕੜਮ ਚੌਧਰੀ ਨੇ, ਉਹ ਸਾਡੇ ਸੱਚ ਹੱਕ ਸੱਚ ਦੀਆਂ ਗੱਲਾਂ ਨੂੰ ਵਾਦ ਵਿਵਾਦ ਨਾਲ ਜੋੜ ਲੈਂਦੇ ਆ ਜੀ। ਜਿੱਦਾਂ ਆਪਾਂ ਦੇਖਦੇ ਹਾਂ ਜੀ ਕਿ ਪੂਰੇ ਭਾਰਤ ਦੇ ਵਿੱਚ ਹੀ, ਖਾਸ ਕਰਕੇ ਹੁਣ ਪੰਜਾਬ ਦੇ ਵਿੱਚ ਇੱਕ ਬਣ ਰਿਹਾ ਕਿ ਕਦੇ ਬਣ ਜਾਂਦਾ ਜਿਵੇਂ ਕਮਿਊਨਿਸਟ ਵਰਸਸ ਸਿੱਖ, ਕਦੇ ਬਣ ਜਾਂਦਾ ਜੱਟ ਵਰਸਸ ਦਲਿਤ। ਇਹ ਆ ਰਿਹਾ ਕਿ ਆਰਐਸਐਸ ਇਹਦੇ ਵਿੱਚ ਫਿੱਟ ਕਰ ਰਹੀ ਆ ਨਾ, ਉਹ ਟਰੈਕ ਇਹ ਦੇ ਰਹੀ ਆ ਕਿ ਜੱਟ ਵਰਸਸ ਦਲਿਤ ਬਣੇ ਤੇ ਸਿੱਖ ਵਰਸਸ ਕਾਮਰੇਡ ਬਣੇ। ਤਾਂ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿਤੇ ਗੱਲ ਉਧਰ ਨੂੰ ਜਾ ਰਹੀ ਆ, ਆਰਐਸਐਸ ਦਾ ਜਿਹੜਾ ਏਜੰਡਾ ਹੈ ਉਹ ਫਿੱਟ ਹੋ ਰਿਹਾ? ਮਨਦੀਪ ਜੀ, ਤੁਹਾਡਾ ਸਵਾਲ ਬੜਾ ਵਾਜਬ ਹੈ ਤੇ ਦੁਨੀਆ ਦੀ ਸੋਚ ਬੜੀ ਵਾਜਬ ਹੈ ਜਿਹੜੀ ਇਹ ਸੋਚ ਰਹੀ ਹੈ, ਕਿਉਂਕਿ ਇਹ ਬਿਲਕੁਲ ਸੱਚ ਹੈ ਕਿ ਇਹ ਏਜੰਡਾ ਹੀ ਆਰਐਸਐਸ ਦਾ ਹੈ। ਪਾੜੋ ਤੇ ਰੂਲ ਕਰੋ, ਡਿਵਾਈਡ ਐਂਡ ਰੂਲ। ਇਹ ਗੋਰਿਆਂ ਦੀ ਨੀਤੀ ਨਹੀਂ ਸੀ, ਇਹ ਵਿਪਰਵਾਦ ਦੀ ਨੀਤੀ ਸੀ ਵੀ 4 ਵਰਨ ਬਣਾ ਕੇ ਇਨਸਾਨਾਂ ਨੂੰ ਸ਼ੂਦਰਾਂ ਦੇ ਵਿੱਚ ਤੇ ਵਰਨਾਂ ਦੇ ਵਿੱਚ ਵੰਡ ਦਿਓ ਤੇ ਜਾਤਾਂ 'ਚ ਵੰਡ ਦਿਓ। ਇਹ ਉਹਨਾਂ ਦੀ ਨੀਤੀ ਸੀਗੀ। ਤੇ ਉਹ ਆਰਐਸਐਸ ਜਿਹੜੀ ਹੈ ਉਹ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਜਾ ਰਹੀ ਹੈ। 1920 ਦੇ ਵਿੱਚ ਇਹਨਾਂ ਦੀ ਮਤਲਬ ਸ਼ੁਰੂਆਤ ਹੁੰਦੀ ਹੈ ਤੇ ਅੱਜ ਉਹ ਬਹੁਤ ਤਾਕਤਵਰ ਨੇ। ਔਰ ਬਿਨਾਂ ਰਜਿਸਟ੍ਰੇਸ਼ਨ ਤੋਂ ਆਰਐਸਐਸ, ਰਾਸ਼ਟਰੀ ਸਵੈ ਸੰਘ, ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੈ, ਲੇਕਿਨ ਬਿਨਾਂ ਰਜਿਸਟ੍ਰੇਸ਼ਨ ਤੋਂ ਕਰੋੜਾਂ ਲੋਕ ਨਾਲ ਜੁੜੇ ਨੇ। ਕਿਉਂਕਿ ਆਰਐਸਐਸ ਦਾ ਇੱਕੋ ਇੱਕ ਏਜੰਡਾ ਆ ਕਿ ਧਰਮ ਦੇ ਨਾਮ ਦੇ ਉੱਤੇ ਲੜਾਓ, ਜਾਤਾਂ ਦੇ ਨਾਮ ਦੇ ਉੱਤੇ ਲੜਾਓ। ਲੇਕਿਨ ਅਸੀਂ, ਸਾਡਾ ਆਰਐਸਐਸ ਨਾਲ ਕੋਈ ਸੰਬੰਧ ਨਹੀਂ ਹੈ। ਤੁਸੀਂ ਦੱਸੋ ਕਿ ਆਰਐਸਐਸ ਦੀ ਪ੍ਰੈਕਟਿਸ, ਵਿਪਰਵਾਦ ਦੀ ਪ੍ਰੈਕਟਿਸ, ਇੱਕ ਬੰਨੇ ਸਿੱਖ ਕਹਿੰਦੇ ਨੇ ਵੀ ਅਸੀਂ ਹਿੰਦੂਆਂ ਚੋਂ ਨਹੀਂ ਨਿਕਲੇ ਆ, ਔਰ ਇਹ ਗੱਲ ਸੱਚੀ ਵੀ ਆ ਕਿ ਸਾਡੇ 35 ਮਹਾਪੁਰਸ਼ਾਂ ਨੇ, ਜਿਹੜੇ ਭਾਰਤ ਦੇ 85% ਲੋਕ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਆ, ਉਹਨਾਂ ਦਾ ਹਜ਼ਾਰਾਂ ਸਾਲਾਂ ਤੋਂ ਅਨਪੜ੍ਹ ਰਹਿਣਾ ਧਰਮ ਬਣਾਇਆ ਸੀ। ਸਾਡੇ ਗੁਰੂ ਸਾਹਿਬਾਨਾਂ ਨੇ ਸਾਡਾ ਸਿੱਖਣਾ ਧਰਮ ਬਣਾਤਾ। ਸਿੱਖ ਦਾ ਮਤਲਬ ਸਿੱਖਣ ਵਾਲਾ। ਸਾਡੇ ਮਹਾਪੁਰਸ਼ਾਂ ਨੇ, ਗੁਰੂ ਕਲਗੀਧਰ ਪਿਤਾ ਜੀ ਨੇ ਸੰਗਤ ਪੰਗਤ ਬਾਟਾ ਸਰੋਵਰ ਇੱਕ ਕੀਤਾ ਸੀ। 4 ਪੁੱਤ ਵਾਰੇ ਸੀ। 22 ਧਾਰ ਦੇ ਰਾਜੇ, ਪਹਾੜੀ ਰਾਜੇ, ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਸੀ ਵੀ ਅਸੀਂ ਵੀ ਅੰਮ੍ਰਿਤ ਛਕਾਂਗੇ, ਸਾਡਾ ਬਾਣਾ ਵੱਖਰਾ ਹੋਵੇ ਤੇ ਸਾਡਾ ਬਾਟਾ ਵੱਖਰਾ ਹੋਵੇ। ਤੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਨੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਆਪਣੀ ਵਿਚਾਰਧਾਰਾ ਨਾਲ। ਉਹ ਕਹਿੰਦੇ ਇਨਹੀਂ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਤੋ ਮੋਹ ਸੇ ਗਰੀਬ ਕਰੋੜ ਪਰੇ, ਇਨਹੀਂ ਕੋ ਸਰਦਾਰ ਬਣਾऊं ਤਬੇ ਗੋਬਿੰਦ ਸਿੰਘ ਨਾਮ ਕਹਾऊं। ਇੱਕ ਪਾਸੇ ਜੀ ਗੁਰੂਆਂ ਦੀ ਇਹ ਸੋਚ ਆ, ਹੈ ਨਾ, ਗੁਰੂਆਂ ਦੀ ਇਹ ਸਮਝ ਆ। ਤੇ ਦੂਜੇ ਪਾਸੇ ਇੱਕ ਵਾਰੀ ਤੁਸੀਂ ਲਾਈਵ ਹੋਏ ਸੀ ਸੰਗਰੂਰ ਦੇ ਵਿੱਚ, ਇੱਕ ਪ੍ਰੋਟੈਸਟ ਸੀ, ਉੱਥੋਂ ਲਾਈਵ ਹੋਏ ਤਾਂ ਤੁਸੀਂ ਕਿਹਾ ਕਿ ਜੱਟਾਂ ਨੂੰ ਮੋਦੀ ਸਾਹਿਬ ਠੀਕ ਕਰਨਗੇ। ਇਹ ਕਿੰਨੀ ਕੁ ਵਾਜਬ ਗੱਲ ਆ ਕਿ ਉਹਨਾਂ ਦੀ ਐਂਟਰੀ ਹੋਣੀ ਚਾਹੀਦੀ ਹੈ? ਇਹਦਾ ਮਤਲਬ ਵੀ ਉਹ ਠੀਕ ਕਰਨਗੇ? ਨਹੀਂ, ਮੈਂ ਉੱਥੇ ਲਾਈਵ ਹੋ ਕੇ ਇਦਾਂ ਦੇ ਸ਼ਬਦ ਕਦੀ ਵੀ ਨਹੀਂ ਬੋਲ ਸਕਦਾ। ਮੈਂ ਇਦਾਂ ਦੇ ਸ਼ਬਦ, ਕਿਉਂਕਿ ਜੱਟ ਸਾਡੇ ਭਰਾ ਨੇ। ਪਹਿਲੀ ਗੱਲ ਇੱਥੇ ਮੈਂ ਫਿਰ ਬਾਰ-ਬਾਰ ਕਹਿਣਾ ਚਾਹੁੰਦਾ ਆ ਕਿ ਜੱਟ ਅਸੀਂ ਕਹਿੰਦੇ ਆ ਕੜਮ ਚੌਧਰੀਆਂ ਨੂੰ। ਅਸੀਂ ਖੇਤੀ ਕਰਨ ਵਾਲੇ ਨੂੰ ਕਿਸਾਨ ਕਹਿੰਦੇ ਆ। ਜਿਹੜੇ ਦਿੱਲੀ ਦੇ ਵਿੱਚ ਜੋ ਮੋਰਚਾ ਜਿੱਤਣ ਵਾਸਤੇ ਕੀ ਬਣ ਕੇ ਗਏ ਸੀ ਜੀ?
ਕਿਸਾਨ ਬਣ ਕੇ ਗਏ ਸੀ। ਮੈਂ ਸੰਗਤ ਦੇ ਕੋਲੋਂ ਪੁੱਛਣਾ ਚਾਹੁੰਦਾ ਆ ਕਿ ਜਿਹੜਾ ਦਿੱਲੀ ਦੇ ਵਿੱਚ ਸੰਘਰਸ਼ ਜਿੱਤਣ ਗਏ ਸੀ, ਆਪਾਂ ਕਿਸਾਨ ਬਣ ਕੇ ਗਏ ਸੀ ਔਰ ਨਾਰਾ ਕਿਹੜਾ ਬੁਲੰਦ ਕੀਤਾ ਸੀ? ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਇਹੀ ਨਾਰਾ ਸੀ ਕਿ ਨਹੀਂ? ਲੇਕਿਨ ਜਦੋਂ ਉੱਥੇ ਦੁਨੀਆ ਦੀ ਹਮਦਰਦੀ ਲੈ ਕੇ ਆਪਾਂ ਮੋਰਚਾ ਜਿੱਤ ਕੇ ਆ ਗਏ ਆ ਤੇ ਆਉਂਦੇ ਹੋਏ ਭੰਗੜੇ ਪਾ ਰਹੇ ਆ ਕਿ ਜੱਟਾਂ ਨੇ ਮੋਦੀ ਹਰਾ ਦਿੱਤਾ, ਜੱਟਾਂ ਨੇ ਮੋਦੀ ਹਰਾ ਦਿੱਤਾ। ਤੇ ਫਿਰ ਇੱਥੋਂ ਦੁਨੀਆ ਨੂੰ ਕੀ ਸਮਝ ਆਉਂਦੀ ਆ ਕਿ ਭਾਈ ਕੁਝ ਘੜਮ ਚੌਧਰੀ RSS ਦੀ ਪ੍ਰੈਕਟਿਸ ਕਰਦੇ ਆ। ਉਹ ਕੀ ਕਰਦੇ ਆ? ਜੱਟ ਇੱਕ ਜਾਤ ਹੈ ਔਰ ਅਸੀਂ ਇਸ ਗੁਰੂਆਂ ਦੀ ਧਰਤੀ ਦੇ ਉੱਤੇ ਅਸੀਂ ਜਾਤਾਂ ਦਾ ਵਿਰੋਧ ਕਰਦੇ ਆ। ਔਰ ਜਾਤ ਜਿਹੜੀ ਹੈ, ਅਗਰ ਤੁਸੀਂ ਜਾਤ ਨੂੰ ਐਕਸੈਪਟ ਕਰਦੇ ਆ, ਤੁਸੀਂ ਸਿੱਧਾ ਵਰਨ ਵੰਡ ਕਰਨ ਵਾਲੇ ਵਿਪਰ ਦੀ ਗੁਲਾਮੀ ਨੂੰ ਸਵੀਕਾਰ ਕਰ ਲੈਂਦੇ ਆ। ਅਸੀਂ ਜਾਤਾਂ ਨੂੰ ਕੰਡੈਮ ਕਰਨਾ ਆ, ਅਸੀਂ ਜਾਤਾਂ ਦਾ ਵਿਰੋਧ ਕਰਨਾ ਆ, ਕਿਉਂਕਿ ਅਸੀਂ ਗੁਰੂ ਦੇ ਸਿੱਖ ਆ। ਸਿੱਖ ਦੀ ਕੋਈ ਜਾਤ ਨਹੀਂ। ਇੱਥੇ ਗਾਉਣ ਵਾਲੇ ਸਿਰਾਂ ਤੇ ਪੱਗਾਂ ਬੰਨ੍ਹਦੇ ਆ, ਉਹ ਜੱਟ 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 ਪ੍ਰਮੋਟ ਕਰੀ ਜਾਂਦੇ ਆ। ਜੱਟ ਜਿਹੜਾ ਹੈ, ਦੇਖੋ ਅਸੀਂ ਘੜਮ ਚੌਧਰੀਆਂ ਨੂੰ ਕਹਿੰਦੇ ਆ ਜਿਹੜੇ ਮੁੱਛਾਂ ਨੂੰ ਵੱਟ ਦੇ ਕੇ, ਜੱਟ ਹੰਕਾਰ ਦਾ ਸ਼ਬਦ ਹੈ। ਅਸੀਂ ਕਿੰਨੀ ਦੋਗਲੀਆਂ ਮਤਲਬ ਚਾਲਾਂ ਚੱਲਦੇ ਆ। ਅਸੀਂ ਗਾਤਰੇ ਪਾ ਕੇ ਜਦੋਂ ਤੇ ਗੁਰਦੁਆਰੇ ਦੀ ਪ੍ਰਧਾਨਗੀ ਲੈਣੀ ਆ ਤੇ ਗੋਲਕ ਸਾਹਮਣੀ ਆ, ਉਦੋਂ ਅਸੀਂ ਸਿੱਖ ਬਣ ਜਾਂਦੇ ਆ। ਜਦੋਂ ਅਸੀਂ ਦੁਨੀਆ ਦੀ ਹਮਦਰਦੀ ਲੈਣੀ ਆ ਤੇ ਕਰਜ਼ਾ ਲੈਣਾ ਆ ਮਨਦੀਪ ਜੀ, ਉਦੋਂ ਅਸੀਂ ਕਿਸਾਨ ਬਣ ਜਾਂਦੇ ਆ। ਆਪਣੀ ਸੁਵਿਧਾ ਦੇ ਅਨੁਸਾਰ ਮਤਲਬ ਵਰਤੀ ਜਾਂਦੇ ਆ ਨਾ ਸ਼ਬਦਾਂ ਨੂੰ। ਜਿਹੜਾ ਦੇਖੋ ਅਸੀਂ ਜੱਟ ਆਪਣੇ ਕਿਸਾਨ ਭਰਾਵਾਂ ਨੂੰ ਅਸੀਂ ਕਿਸਾਨ ਸਮਝਦੇ ਆ। ਜਿਹੜਾ ਖੇਤੀ ਕਰਦਾ ਉਹ ਕਿਸਾਨ ਆ, ਜਿਹਦੇ ਕੋਲ ਜ਼ਮੀਨ ਹੈ ਉਹ ਜ਼ਿਮੀਂਦਾਰ ਆ, ਜਿਹੜਾ ਗੁਰਬਾਣੀ ਨੂੰ ਮੰਨਦਾ ਉਹ ਸਿੱਖ ਆ। ਤੇ ਜਿਹੜਾ ਮੁੱਛਾਂ ਨੂੰ ਵੱਟ ਦੇ ਕੇ ਤੇ ਜੁੱਜਾਂ ਤੇ ਜ਼ੁਲਮ ਕਰਦਾ, ਸ਼ਮਸ਼ਾਨ ਘਾਟ ਦੋ ਕਰਦਾ, ਗੁਰਦੁਆਰੇ ਜਾਤਾਂ ਦੇ ਆਧਾਰ ਤੇ ਬਣਾਉਂਦਾ, ਅਸੀਂ ਉਹਨੂੰ ਘੜਮ ਚੌਧਰੀ ਕਹਿੰਦੇ ਆ। ਤੇ ਜੱਟ ਵੀ ਅਸੀਂ ਘੜਮ ਚੌਧਰੀਆਂ ਨੂੰ ਕਹਿੰਦੇ ਆ। ਸੋ ਅਸੀਂ ਇਹ ਸ਼ਬਦ ਵਰਤਣਾ ਨਹੀਂ ਚਾਹੁੰਦੇ। ਸੋ ਇਹਨਾਂ ਨੂੰ ਸੈੱਟ, ਦੇਖੋ ਮੈਂ ਤਾਂ ਇਹੀ ਗੱਲ ਕਹਿਣਾ ਆ ਵੀ ਇਹਨਾਂ ਨੂੰ ਸੈੱਟ ਅਗਰ ਕਰੂਗਾ ਤੇ ਉਹ ਮੋਦੀ ਕਰ ਸਕਦਾ ਹੈ। ਮਤਲਬ ਇਹ ਮਤਲਬ ਮੇਰੇ ਸ਼ਬਦ ਹੁਣ ਮੇਰੇ ਮੂੰਹ ਦੇ ਵਿੱਚੋਂ ਨਿਕਲ ਰਹੇ ਆ, ਬਟ ਉਦੋਂ ਕਿਤੇ ਮੈਂ ਲਾਈਵ ਹੋ ਕੇ ਇਦਾਂ ਦੇ ਸ਼ਬਦ ਕਦੀ ਬੋਲੇ ਨਹੀਂ ਆ, ਨਾ ਹੀ ਮੈਂ ਬੋਲ ਸਕਦਾ ਆ, ਕਿਉਂਕਿ ਕਿਸਾਨ ਸਾਡੇ ਭਰਾ ਆ। ਔਰ ਉਹ ਕਿਸਾਨ ਜਿਹੜੇ ਸਿੱਖੀ ਨੂੰ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ, ਬਾਬੇ ਨਾਨਕ ਦੀ ਸੋਚ ਨੂੰ ਪਹਿਰਾ ਦਿੰਦੇ ਆ, ਉਹ ਸਾਡੇ ਭਰਾ ਆ। ਤੇ ਜਿਹੜੇ ਜਾਤਾਂ ਦਾ ਹੰਕਾਰ ਕਰਦੇ ਆ, ਜਿਹੜੇ ਲੋਕਾਂ ਦੀਆਂ ਜਾਤਾਂ ਪਰਖਦੇ ਆ, ਜਿਹੜੇ ਧੀਆਂ ਨੂੰ ਪੱਠਿਆਂ ਦੀ ਪੰਡ ਬਦਲੇ ਜਲੀਲ ਕਰਦੇ ਆ, ਅਸੀਂ ਉਹਨਾਂ ਨੂੰ ਘੜਮ ਚੌਧਰੀ ਕਹਿੰਦੇ ਆ। ਤੇ ਉਹ ਜੱਟ ਜੇ ਹੈਗੇ ਤੇ ਉਹਨਾਂ ਦਾ ਵਿਰੋਧ ਕਰਦੇ ਆ ਅਸੀਂ। ਅੱਛਾ, ਜਿੱਦਾਂ ਜੀ ਜਿਹੜੀ ਆਪਾਂ ਭਾਸ਼ਾ ਦੀ ਗੱਲ ਕਰੀਏ ਹੈ ਨਾ, ਜਿਵੇਂ ਤੁਸੀਂ ਮੂਸੇਵਾਲਾ ਤੇ ਕਿਹਾ ਹੈ ਨਾ ਕਿ ਉਹਨਾਂ ਦੀ ਭਾਸ਼ਾ ਇਦਾਂ ਵੀ ਉਹ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ ਹੈ ਨਾ, ਉਹ ਗੀਤਾਂ ਦੇ ਵਿੱਚ ਉਹ ਗੱਲ ਨਹੀਂ ਕਰਦੇ ਸਿੱਖੀ ਦੀ। ਤਾਂ ਕੀ ਜਿਵੇਂ ਆਪਾਂ ਵੀ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨਾਲ ਗੱਲ ਕਰੀਏ, ਇਹ ਵਾਜਬ ਗੱਲ, ਇਹ ਸਹੀ ਹੈ ਜੀ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਵੀ ਮੈਂ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਦਿੱਤੀ। ਮੂਸੇਵਾਲਾ ਜਿਹੜਾ ਉਹ ਮੇਰੇ ਬੇਟੇ ਬਰਾਬਰ ਹੈ ਜੀ। ਮੂਸੇਵਾਲਾ ਕੀ ਨਾਮ ਹੈ ਉਹਦਾ? ਸ਼ੁਭਮ। ਹਾਂ, ਸ਼ੁਭਦੀਪ। ਉਹ ਮੇਰੇ ਬੇਟੇ ਦੇ ਬਰਾਬਰ ਆ। ਮੇਰਾ ਬੇਟਾ ਵੀ 28 ਸਾਲ ਦਾ ਤੇ ਉਹ ਵੀ 28-29 ਸਾਲ ਦਾ ਲਗਭਗ, ਮਤਲਬ ਮੇਰੇ ਬੇਟੇ ਦੇ ਬਰਾਬਰ ਹੀ ਆ। ਤੇ ਮੇਰੀ ਉਹ ਹੁਣ ਇਸ ਦੁਨੀਆ 'ਚ ਨਹੀਂ ਆ। ਮੈਂ ਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਉਹ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਸਥਾਨ ਦੇਣ। ਦੂਜੀ ਗੱਲ ਇਹ ਹੈ ਕਿ ਮੈਂ ਉਹਨਾਂ ਦੇ ਬਾਰੇ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ, ਪਰ ਗੱਲ ਇਹ ਹੈ ਵੀ ਉਹਨਾਂ ਦੀ ਭਾਸ਼ਾ ਜਿਹੜੀ ਸੀਗੀ, ਉਹਨਾਂ ਦੀ ਪੰਜਾਬ ਨੂੰ ਦੇਣ ਕੀ ਸੀ? ਮੈਂ ਤੁਹਾਡੇ ਕੋਲ ਪੁੱਛਦਾ ਹਾਂ, ਪੰਜਾਬ ਨੂੰ ਦੇਣ ਕੀ ਸੀ? ਉਹਨਾਂ ਨੇ ਆਪਣੇ ਇੱਕ ਗਾਣੇ, ਉਹਨਾਂ ਦਾ ਇੱਕ ਗਾਣਾ ਸੀਗਾ ਮੈਨੂੰ ਜਿਹੜਾ ਪਹਿਲੀ ਵਾਰੀ ਪਸੰਦ ਆਇਆ ਸੀਗਾ, 295, ਵੀ ਨਿਤ ਕੰਟਰੋਵਰਸੀ ਕ੍ਰੀਏਟ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ, ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ, ਜੇ ਸੱਚ ਬੋਲੇਗਾ ਤੇ ਮਿਲੂ 295, ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ। ਇਹ ਸਾਨੂੰ ਬੜਾ ਵਧੀਆ ਲੱਗਿਆ ਗਾਣਾ। ਅਸੀਂ ਇਹਨਾਂ ਸ਼ਬਦ, ਦੇਖੋ ਜਿਹੜੀਆਂ ਚੰਗੇ ਸ਼ਬਦ ਨੇ ਗਾਉਣ ਵਾਲਿਆਂ ਦੇ, ਉਹ ਸਾਨੂੰ ਪਸੰਦ ਵੀ ਆਉਂਦੇ, ਅਸੀਂ ਸੁਣਦੇ ਵੀ ਆ। ਲੇਕਿਨ ਸਿਰ ਦੇ ਉੱਤੇ ਪੱਗ ਬੰਨ੍ਹ ਕੇ ਕਿੱਦਾਂ ਉਹ ਜੱਟੋ, ਹੁਣ ਪੰਜਾਬ 'ਚ ਇਕੱਲੇ ਜੱਟ ਹੀ ਰਹਿੰਦੇ ਆ, ਉਹ ਆਪਣੀਆਂ ਜਦੋਂ ਵੀ ਕਿਤੇ ਕੋਈ ਗੱਲ ਕਰਨੀ ਜਾਂ ਸਟੇਜ ਤੇ ਬੋਲਣਾ ਕਿੱਦਾਂ ਵੀ ਜੱਟੋ, ਤੇ ਸਾਹਮਣੇ ਭਾਵੇਂ ਉਹਨਾਂ ਨੂੰ ਪੰਡਤ ਵੀ ਸੁਣਦੇ ਹੋਣ, ਖੱਤਰੀ ਵੀ ਸੁਣਦੇ ਹੋਣ, ਸਾਡੇ ਹੋ ਸਕਦਾ ਕੋਈ ਮਜ਼੍ਹਬੀ ਸਿੱਖ ਵੀ ਉਹਨਾਂ ਦੇ ਫੈਨ ਹੋਣ, ਸਾਡੇ ਰਵਿਦਾਸੀਏ ਵੀ ਫੈਨ ਹੋਣਗੇ, ਹੋ ਸਕਦਾ, ਪਰ ਉਹ ਇਕੱਲੇ ਜੱਟਾਂ ਨੂੰ ਹੀ ਕਹੀ ਜਾਂਦੇ ਸੀਗੇ ਵੀ ਕਿੱਦਾਂ ਵੀ ਜੱਟੋ। ਤੇ ਜਦੋਂ ਤੁਸੀਂ ਸਿਰ ਦੇ ਉੱਤੇ ਪੱਗ ਬੰਨ੍ਹ ਲਈ, ਜੇ ਤੁਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ, ਤੇ ਫਿਰ ਤੁਸੀਂ ਸਿੱਖ ਆ। ਸਿੱਖੀ ਦੀ ਕਮਾਨ ਜਿਹੜੀ ਸਿੱਖੀ ਦੀ ਮਿਆਨ ਦੇ ਵਿੱਚ ਤੁਸੀਂ ਸਿੱਖੀ ਦੀ ਕਿਰਪਾਨ ਹੀ ਪਾ ਸਕਦੇ ਆ। ਸਿੱਖੀ ਦੀ ਮਿਆਨ 'ਚ ਤੁਸੀਂ ਸਿੱਖ ਤੇ ਜੱਟ, ਸਿੱਖ ਨਿਰਾਲਾ ਪੰਥ, ਜੱਟ ਜਾਤ, ਤੁਸੀਂ ਆਹ ਦੋ ਕਿਰਪਾਨਾਂ ਨਹੀਂ ਪਾ ਸਕਦੇ। ਮੇਰੀ ਗੱਲ ਸਮਝ ਗਏ? ਦੂਜੀ ਗੱਲ, ਜਿੱਥੋਂ ਵਿਵਾਦ ਸ਼ੁਰੂ ਹੁੰਦਾ, ਮੇਰੀ 36 ਮਿੰਟ ਦੀ ਵੀਡੀਓ ਆ। ਮੈਂ ਕਿਸੇ ਮਜ਼ਦੂਰਾਂ ਦੇ ਧਰਨੇ 'ਚ ਜਾਣਾ ਸੀ
ਮੈਂ ਮਜ਼ਦੂਰਾਂ ਨੂੰ ਕਿਹਾ ਵੀ ਮੈਂ ਉੱਥੇ ਤੁਹਾਡੇ ਕੋਲ ਪਹੁੰਚ ਰਿਹਾ, ਮੈਂ ਲਾਈਵ ਹੋ ਕੇ ਵੀਡੀਓ ਬਣਾ ਰਿਹਾ। ਉੱਥੇ ਕਮੈਂਟਾਂ ਦੇ ਵਿੱਚ ਜਿਹੜੇ ਘੜਮ ਚੌਧਰੀ ਮਜ਼ਦੂਰਾਂ ਦੇ ਖਿਲਾਫ ਧਰਨੇ ਲਾ ਕੇ ਬੈਠੇ ਹੋਏ ਆ, ਉਹ ਮੈਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਗਾਲਾਂ ਕੱਢ ਰਿਹਾ ਕਮੈਂਟਾਂ ਦੇ ਵਿੱਚ ਵੀ ਤੂੰ ਇੱਥੇ ਆ ਜਾ, ਤੈਨੂੰ ਵੱਢਣਾ ਆ, ਸੀ ਤੇਰੀ ਜੀਭ ਵੱਢ ਦੇਣੀ ਆ, ਤੇਰੀ ਇੱਕ ਬਾਂਹ ਵੱਢ ਦੇਣੀ ਆ, ਇੱਕ ਲੱਤ ਵੱਢ ਦੇਣੀ ਆ। ਅੱਛਾ। ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਫੁਕਰੇ ਤਾਂ ਨਹੀਂ ਆ, ਨਾ ਹੀ ਅਸੀਂ ਅਸਲਾ ਦਿਖਾਉਂਦੇ ਆ। ਭਾਰਤ ਦੇ ਸੰਵਿਧਾਨ ਨੇ ਸਾਨੂੰ ਲਾਇਸੈਂਸ ਦੀ ਇਜਾਜ਼ਤ ਦਿੱਤੀ ਆ, ਲਾਇਸੈਂਸ ਸਾਡੇ ਕੋਲ ਆ। ਭਾਰਤ ਦੇ ਸੰਵਿਧਾਨ ਨੇ ਸਾਨੂੰ ਲਾਇਸੈਂਸ ਰੱਖਣ ਦੀ ਇਜਾਜ਼ਤ ਦਿੱਤੀ ਆ, ਤੇ ਸਾਡੇ ਨਾਲ ਜਿਹੜੇ ਲੋਕ ਹੁੰਦੇ ਉਹਨਾਂ ਕੋਲ ਲਾਇਸੈਂਸ ਆ। ਤੇ ਅਸੀਂ ਦਿਖਾਉਂਦੇ ਨਹੀਂ ਆ, ਨਾ ਹੀ ਅਸੀਂ ਵਿਆਹਾਂ ਸ਼ਾਦੀਆਂ 'ਚ ਆਪਣੀਆਂ ਧੀਆਂ ਭੈਣਾਂ ਦੇ ਸਾਹਮਣੇ ਫੁਕਰਪੁਣਾ ਦਿਖਾਉਂਦੇ ਆ ਹਥਿਆਰ ਕੱਢ ਕੇ। ਔਰ ਬਹੁਤ ਸਾਰੇ ਵਿਆਹਾਂ ਸ਼ਾਦੀਆਂ 'ਚ ਤੁਸੀਂ ਦੇਖਿਆ ਹੋਣਾ, ਬਠਿੰਡੇ ਦੇ ਕੋਲ ਇੱਕ ਵਾਰੀ ਇੱਕ ਡਾਂਸਰ ਨੇ ਗੋਲੀ ਮਾਰ ਦਿੱਤੀ ਸੀਗੀ। ਇਹ ਫੁਕਰਪੁਣਾ ਨਹੀਂ ਤਾਂ ਹੋਰ ਕੀ ਆ। ਮੈਂ ਫਿਰ ਉਦੋਂ ਇੱਕ ਸਟੇਟਮੈਂਟ ਦਿੱਤੀ 36 ਮਿੰਟ ਦੀ ਵੀਡੀਓ 'ਚ ਵੀ ਅਸੀਂ ਉਹਨਾਂ ਗਾਉਣ ਵਾਲੇ ਫੁਕਰਿਆਂ ਵਰਗੇ ਨਹੀਂ। ਮੈਂ ਇੱਕ ਬੰਦੇ ਦਾ ਨਾਮ ਨਹੀਂ ਲਿੱਤਾ, ਮੈਂ ਕਿਹਾ ਜਿਹੜੇ ਲੋਕ ਹਥਿਆਰਾਂ ਨੂੰ ਪ੍ਰਮੋਟ ਕਰਦੇ ਸੀ, ਜਿਹੜੇ ਲੋਕ ਪੱਟਾਂ ਦੇ ਥਾਪੀਆਂ ਮਾਰਦੇ ਸੀ, ਪੱਟਾਂ ਦੇ ਥਾਪੀਆਂ ਸਿਰਫ ਇਕੱਲੇ ਉਹ ਸਾਡੇ ਛੋਟੇ ਬੱਚੇ ਦੇ ਬਰਾਬਰ ਨੇ, ਉਹ ਨਹੀਂ ਇਕੱਲੇ ਪੱਟਾਂ ਥਾਪੀਆਂ ਮਾਰਦੇ ਸੀ, ਉਸ ਤੋਂ ਪਹਿਲਾਂ ਕਈ ਗਾਉਣ ਵਾਲੇ ਨੇ। ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ। ਤੇ ਮੈਂ ਇਹ ਸ਼ਬਦ ਬੋਲੇ ਸੀ ਵੀ ਇਹ ਗਾਉਣ ਵਾਲੇ ਫੁਕਰੀਆਂ ਸਟੇਜਾਂ ਤੇ ਮਾਰਦੇ ਹੁੰਦੇ ਆ, ਜਦੋਂ ਹਕੀਕਤ ਦੇ ਵਿੱਚ ਹਥਿਆਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ, ਉਦੋਂ ਹਥਿਆਰ ਨਹੀਂ ਨਿਕਲਦੇ, ਉਦੋਂ ਕੁਝ ਹੋਰ ਨਿਕਲ ਜਾਂਦਾ ਜੋ ਤੁਸੀਂ ਵੀਡੀਓ 'ਚ ਸੁਣਿਆ। ਫਿਰ ਉਹ ਸ਼ਬਦ ਮੈਂ ਬੋਲੇ ਆ, ਮੈਨੂੰ ਕੋਈ ਅਫਸੋਸ ਨਹੀਂ ਆ। ਪਰ ਇਹ ਮੂਸੇਵਾਲੇ ਨਾਲ ਕਿਉਂ ਜੁੜੇ? ਇਹ ਕੀ ਕਾਰਨ ਲੱਗਦਾ ਜੋੜਿਆ ਗਿਆ? ਪਤਾ ਜੀ, ਇਹ ਪਬਲਿਕ ਆ, ਇਹਨੂੰ ਤੁਸੀਂ ਜੋੜੋ ਜਾਂ ਪਬਲਿਕ ਜੋੜੇ ਮੈਨੂੰ ਨਹੀਂ ਪਤਾ, ਪਰ ਮੈਂ ਉਹਦਾ ਨਾਮ ਲਿਆ ਹੀ ਨਹੀਂ, ਨਾ ਹੀ ਮੇਰੀ ਟੈਨਸ਼ਨ ਸੀ ਵੀ ਮੈਂ ਉਹਦੇ ਬਾਰੇ ਬੋਲਾਂ। ਅੱਛਾ, ਆਪਾਂ ਜਿਵੇਂ ਜਾਤੀਵਾਦ ਦੀ ਗੱਲ ਕਰਦੇ ਹਾਂ, ਜੱਟਵਾਦ ਦੀ ਗੱਲ ਕਰਦੇ ਆ, ਇਹਦੇ ਤੇ ਗੱਲ ਹੋ ਰਹੀ ਆ, ਡਿਬੇਟ ਹੋ ਰਹੀ ਆ, ਲੜਾਈ ਹੋ ਰਹੀ ਆ, ਤੇ ਖਤਮ ਕਿਵੇਂ ਹੋਊ? ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਉਧਰੋਂ ਵੀ ਉਹੋ ਜਿਹੀ ਭਾਸ਼ਾ, ਉਧਰੋਂ ਵੀ ਇਹੋ ਜਿਹੀ ਭਾਸ਼ਾ, ਤਾਂ ਕਿਤੇ ਨਾ ਕਿਤੇ ਇਹ ਤਾਂ ਨਹੀਂ ਹੋ ਗਿਆ ਕਿ ਆਪਾਂ ਉਹਨੂੰ ਪੱਕੀ ਕਰੀ ਜਾਂਦੇ ਹਾਂ। ਹੋਰ ਇਹ ਖਾਤਮੇ ਵੱਲ ਕਿਵੇਂ ਜਾਊਗੀ? ਦੇਖੋ ਜੀ, ਜਿਹੜੇ ਬੁੱਧੀਜੀਵੀ ਕਿਸਾਨ ਨੇ ਉਹਨਾਂ ਨੂੰ ਜੱਟਵਾਦ ਉਹ ਰੋਕਣਗੇ, ਜਿੱਦਾਂ ਕਿ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੁੰਦੀ ਹੈ, ਯੂਕੇ ਦਾ ਇੱਕ ਅਮਰੀਕ ਬਾਜਵਾ ਨਾਮ ਦਾ ਬੰਦਾ, ਉਹ ਧੀਆਂ ਭੈਣਾਂ ਨੂੰ ਸ਼ਰੇਆਮ ਜਾਤੀ ਸੂਚਕ ਸ਼ਬਦ ਬੋਲ ਕੇ ਗਾਲਾਂ ਕੱਢ ਰਿਹਾ। ਤੇ ਦੁਨੀਆ ਕਹਿੰਦੀ ਆ ਵੀ ਹਰ ਬਰਾਦਰੀ 'ਚ ਚੰਗੇ ਮਾੜੇ ਲੋਕ ਹੁੰਦੇ ਆ, ਤੇ ਫਿਰ ਜੱਟ ਬਰਾਦਰੀ 'ਚ ਜਿਹੜੇ ਚੰਗੇ ਲੋਕ ਨੇ ਉਹਨਾਂ ਨੇ ਲਾਂਤਾਂ ਕਿਉਂ ਨਹੀਂ ਪਾਈਆਂ ਉਸ ਬੰਦੇ ਨੂੰ ਵੀ ਉਹ ਕਹਿ ਰਿਹਾ ਜੀ ਮੈਂ ਜੱਟ ਹੁੰਨਾ ਆ, ਅਮਰੀਕ ਬਾਜਵਾ ਮੇਰਾ ਨਾਂ ਆ, ਤੇ ਜਾਤੀ ਸੂਚਕ ਸ਼ਬਦ ਬੋਲ ਕੇ ਧੀਆਂ ਭੈਣਾਂ ਨੂੰ ਗਾਲਾਂ ਕੱਢ ਰਿਹਾ, ਗੰਦੀਆਂ ਗਾਲਾਂ ਬੋਲ ਰਿਹਾ। ਤੇ ਫਿਰ ਜਿਹੜੇ ਚੰਗੀ ਸੋਚ ਵਾਲੇ ਜੱਟ ਸੀਗੇ ਉਹ ਕਿਉਂ ਚੁੱਪ ਸੀ? ਉਹ ਚੁੱਪ ਰਹਿ ਕੇ ਸਮਰਥਨ ਦਿੰਦੇ ਆ। ਇਸ ਕਰਕੇ ਸਾਨੂੰ ਫਿਰ ਮਾਫ ਕਰਨਾ, ਫਿਰ ਲੋਕਾਂ ਨੂੰ ਇਹੀ ਲੱਗਦਾ ਵੀ ਜੱਟ ਜੱਟਾਂ ਦੇ ਭੋਲੂ ਨਰੈਣ ਦਾ 100 ਜੱਟਾਂ ਦੀ ਕਮਾਂ ਹੁੰਦੀ ਹੈ। ਬਜ਼ੁਰਗਾਂ ਨੇ ਕਹਾਵਤਾਂ ਐਵੇਂ ਨਹੀਂ ਬਣਾਈਆਂ ਸੀ। ਇਹ ਆਪਣੇ ਗਲਤ ਬੰਦੇ ਦਾ ਚੁੱਪ ਰਹਿ ਕੇ ਸਮਰਥਨ ਕਰਦੇ ਆ। ਸੋ ਸਾਨੂੰ ਉਸ ਦੇਖੋ, ਇਹ ਹੁਣ ਜਿਹੜੇ ਸਿੱਖ ਆਗੂ ਨੇ ਉਹਨਾਂ ਨੂੰ ਸੋਚਣਾ ਪਊਗਾ ਵੀ ਪੰਜਾਬ 'ਚ ਜਾਤਾਂ ਦੀ ਪ੍ਰੈਕਟਿਸ ਕਰਨੀ ਆ ਕਿ ਗੁਰੂ ਨਾਨਕ ਦੇਵ ਦੀ ਸੋਚ ਦੀ ਪ੍ਰੈਕਟਿਸ ਕਰਨੀ ਆ। ਸਿੱਖ ਦੀ ਕੋਈ ਜਾਤ ਨਹੀਂ, ਜਿਹਦੀ ਜਾਤ ਹੈ ਉਹ ਸਿੱਖ ਨਹੀਂ, ਜੱਟ ਇੱਕ ਜਾਤ ਆ। ਹੁਣ ਤੁਸੀਂ ਦੇਖੋ ਵੀ ਇਹਦੀ ਪ੍ਰੈਕਟਿਸ ਤੁਸੀਂ ਪੰਜਾਬ 'ਚ ਕਰਾਉਣਾ ਚਾਹੁੰਦੇ ਆ ਕਿ ਰੋਕਣਾ ਚਾਹੁੰਦੇ ਆ? ਇਹ ਤਾਂ ਕਿਸਾਨ ਬੁੱਧੀਜੀਵੀਆਂ ਨੂੰ ਅੱਗੇ ਆਉਣਾ ਪਊਗਾ। ਕਿਸਾਨ ਬੁੱਧੀਜੀਵੀ ਫੈਸਲਾ ਕਰਨ। ਮੈਂ ਸੰਗਤ ਦੇ ਕੋਲੋਂ ਪੁੱਛਦਾ ਆ, ਸਾਨੂੰ ਕੁਝ ਲੋਕਾਂ ਗਾਉਣ ਵਾਲਿਆਂ ਦੇ ਗੀਤਾਂ ਦੇ ਉੱਤੇ ਇਤਰਾਜ਼ ਆ। ਅਸੀਂ ਗੈਰ ਜੱਟ ਆ, ਤੇ ਜਿਹੜੇ ਜੱਟ ਨੇ ਉਹਨਾਂ ਦੀ ਜ਼ਮੀਰ ਕਿੱਥੇ ਮਰ ਗਈ ਆ? ਇੱਕ ਗਾਉਣ ਵਾਲੀ ਕਹਿੰਦੀ ਮੈਂ ਤੇਰੀ ਬਣਨਾ ਮਸ਼ੂਕ ਜੱਟੀ ਅੱਤ ਦੀ ਬੰਦੂਕ ਤੈਨੂੰ ਪੱਟਣਾ ਮੈਂ ਸੋਹਣਿਆ ਪਲਾਨ ਕਰਕੇ। ਇਹ ਗਾਣੇ ਸ਼ਬਦਾਂ ਧੀਆਂ ਭੈਣਾਂ ਨੂੰ ਹੁਣ ਆਪਾਂ ਜਲੀਲ ਖੁਦ ਕਰੀ ਜਾਂਦੇ ਆ। ਮੈਂ ਤੇਰੀ ਬਣਨਾ ਮਸ਼ੂਕ ਜੱਟੀ ਅੱਤ ਦੀ ਬੰਦੂਕ ਤੈਨੂੰ ਪੱਟਣਾ ਮੈਂ ਸੋਹਣਿਆ ਪਲਾਨ ਕਰਕੇ। ਤਿੰਨ ਕਮਿਊਨਿਟੀਆਂ ਆਪਸ 'ਚ ਲੜ ਪਈਆਂ। ਯੂਪੀ ਵਾਲੇ ਲੜ ਪਏ ਵੀ ਸਾਡੇ ਲਈ ਗੀਤ ਆ, ਬਿਹਾਰ ਦੇ ਸੀਰੀ ਲੜ ਪਏ ਸਾਡੇ ਲਈ ਗੀਤ ਆ, ਤੇ ਪੰਜਾਬ ਦੇ ਸੀਰੀ ਲੜ ਪਏ ਵੀ ਸਾਡੇ ਲਈ ਗੀਤ ਆ। ਇਹਦੇ 'ਚ ਸਾਨੂੰ ਸ਼ਰਮ ਆਉਂਦੀ ਆ। ਤੇ ਜਿਹੜੇ ਜਾਤ ਦੀਆਂ ਧੀਆਂ ਦੇ ਉੱਤੇ ਗਾਣੇ ਬਣਾਏ ਜਾਂਦੇ ਆ ਉਹਨਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ? ਫਿਰ ਤੀਜਾ ਗਾਣਾ, ਇੱਕ ਬਹੁਤ ਨਾਮੀ ਗ੍ਰਾਮੀ ਗਾਇਕ ਆ, ਮੈਂ ਹੁਣ ਉਹਦਾ ਨਾਮ ਕਾਹਨੂੰ ਲੈਣਾ, ਬੜਾ ਨਾਮੀ ਗ੍ਰਾਮੀ ਗਾਇਕ ਆ ਜਿਹਨੇ ਗਾਣਾ ਗਾਇਆ ਸੀ ਚੱਕ ਲੋ ਰਿਵਾਲਵਰ ਰਫਲਾਂ ਵੀ ਕਬਜ਼ਾ ਲੈਣਾ ਹੈ। ਉਹ ਹੁਣ ਗਾਣਾ ਗਾ ਰਿਹਾ, ਆਉਂਦੀ ਏ ਆਵਾਜ਼ ਜੱਟਾ ਤੁਣ ਤੁਣ ਦੀ, ਆਉਂਦੀ ਏ ਆਵਾਜ਼ ਜੱਟਾ ਤੁਣ ਤੁਣ ਦੀ, ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ। ਤੇ ਮੈਂ ਸੰਗਤ ਨੂੰ ਪੁੱਛਦਾ ਵੀ ਚਮਕੀਲਾ ਕੀਰਤਨ ਕਰਦਾ ਸੀ ਕਿ ਚਮਕੀਲਾ ਵਾਰਾਂ ਗਾਉਂਦਾ ਸੀ? ਚਮਕੀਲਾ ਤੇ ਐਦਾਂ ਦੇ ਗਾਣੇ ਗਾਉਂਦਾ ਸੀ ਜਿਹੜਾ ਸ਼ਰੇਆਮ ਤੁਸੀਂ ਨਹੀਂ ਸੁਣ ਸਕਦੇ ਸੀ। ਤੇ ਫਿਰ ਜੇ ਧੀ ਭੈਣ ਦਾ ਤੁਸੀਂ ਜ਼ਿਕਰ ਕਰਕੇ ਸ਼ਰਮ ਨਹੀਂ ਆਉਂਦੀ? ਇਸ ਮੇਰੇ ਖਿਆਲ ਨਾਲ 50 ਸਾਲ ਦਾ ਹੋਣ ਲੱਗਾ ਆ ਬੁੱਢਾ ਖੇਖੜ, ਇਸ ਗਾਉਣ ਵਾਲੇ ਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਸੁਆਹ ਪਾ ਰਿਹਾ, ਤੂੰ ਆਪਣੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਵਾ ਰਿਹਾ ਵੀ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ? ਮੈਂ ਤੁਹਾਡੇ ਤੋਂ ਪੁੱਛਦਾ, ਮੈਂ ਸੰਗਤ ਤੋਂ ਪੁੱਛਦਾ, ਇਹ ਲਾਹਨਤ ਨਹੀਂ ਹੈ? ਜੱਟੀ ਪਠਾਣਾ ਦੀ ਬੰਦੂਕ ਵਰਗੀ ਹੈ ਨਾ, ਪਹਿਲੀ ਉਂਗਲ ਦੇ ਨਾਲ ਚੱਕ ਲਾ ਜੱਟੀ ਮਲਾਈ ਵਰਗੀ ਚਮਕੀਲਾ ਗਾਉਂਦਾ ਸੀਗਾ ਜੀ। ਭੈਣ ਦੇਣੀਏ ਤੇਲ ਭਾਂਬੜ ਤੇ ਭਾ ਬੈਠੀ, ਉਹ ਤੱਕਦਾ ਰਿਹਾ ਵੇ ਮੈਂ
ਤੇਲ ਪੱਟਾਂ ਨੂੰ ਲਾਉਂਦੀ ਸੀ ਉਹ ਤੱਕਦਾ ਰਿਹਾ ਵੀ ਮੈਂ ਸਿਖਰ ਦੁਪਹਿਰੇ ਨਹਾਉਂਦੀ ਸੀ। ਤੇ ਬੱਬੂ ਮਾਨ ਕਹਿ ਰਿਹਾ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ। ਜੱਟੀ ਹਰਭਜਨ ਮਾਨ ਕਿਉਂ ਨਹੀਂ ਸੁਣਦੀ? ਜੱਟੀ ਮਨਮੋਹਨ ਵਾਰਸ ਕਿਉਂ ਨਹੀਂ ਸੁਣਦੀ? ਜੱਟੀ ਹੰਸਰਾਜ ਹੰਸ ਕਿਉਂ ਨਹੀਂ ਸੁਣਦੀ? ਜੱਟੀ ਸਾਡੀ ਭੈਣ ਹੈ। ਦੇਖੋ ਜੱਟਾਂ ਦੀਆਂ ਧੀਆਂ ਸਾਡੀਆਂ ਭੈਣਾਂ ਨੇ। ਮੈਂ ਮਤਲਬ ਜੱਟਾਂ ਦੀਆਂ ਮੈਨੂੰ ਕਿਸਾਨਾਂ ਦੀਆਂ ਧੀਆਂ। ਤੇ ਯਾਰ ਕਿੱਧਰ ਜ਼ਮੀਰ ਮਰ ਗਈ ਹੈ? ਇੱਕ ਬੰਨੇ ਤੁਸੀਂ ਅਣਖਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੇ ਇੱਕ ਬੰਨੇ ਤੁਸੀਂ ਸਿਰ ਚਾਪੇ ਸੁਆਹ ਪਵਾਈ ਜਾਂਦੇ ਆ। ਭਾਈ ਇਹ ਚੀਜ਼ਾਂ ਦੀ ਪ੍ਰੈਕਟਿਸ ਰੁਕਣੀ ਚਾਹੀਦੀ ਆ। ਤੁਸੀਂ ਕਹਿੰਦੇ ਜੀ ਗਾਉਣ ਵਾਲੇ ਗਾਉਂਦੇ ਆ। ਮੈਂ ਕਹਿੰਦਾ ਵੀ ਸਾਡੀ ਮਜ਼੍ਹਬੀ ਸਿੱਖਾਂ ਦੀ ਧੀ ਦੇ ਉੱਤੇ ਕੋਈ ਗਾਣਾ ਬਣਾਵੇ, ਸਾਡੇ ਰਵਿਦਾਸੀਆਂ ਦੀ ਧੀ ਦੇ ਉੱਤੇ, ਬਾਲਮੀਕੀਆਂ ਦੀ ਧੀ ਦੇ ਉੱਤੇ ਕੋਈ ਗਾਣਾ ਬਣਾਵੇ, ਜਾਂ ਕਿਸੇ ਹਿੰਦੂਆਂ ਦੀ ਜਾਤ ਦਾ ਨਾਮ ਲੈ ਕੇ ਵਰਨ ਵਿਵਸਥਾ ਦਾ ਕੋਈ ਗਾਣਾ ਬਣਾ ਦੇਵੇ, ਚੀਰ ਕੇ ਰੱਖ ਦੇਣਗੇ ਲੱਤ ਦੇ ਉੱਤੇ ਲੱਤ ਰੱਖ ਕੇ। ਸੱਚੀ ਕਹਿ ਰਹੇ ਕਿ ਗਲਤ ਕਹਿ ਰਹੇ? ਬਸ ਆਹ ਗੱਲਬਾਤ ਹੈ ਜੀ। ਦੇਖੋ ਸਿੱਖ ਆਗੂਆਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਚੀਜ਼ਾਂ ਤੇ ਬੈਨ ਕਰਨਾ ਚਾਹੀਦਾ ਆ। ਵੀ ਗਾਤਰਾ ਪਾ ਕੇ ਵੀ ਲੋਕੀ ਆਪਣੇ ਨਾਮ ਦੇ ਨਾਲ ਗਰੇਵਾਲ, ਢਿੱਲੋਂ, ਬਾਜਵਾ, ਬੱਲ ਇਹ ਲਿਖਦੇ ਆ। ਜਦੋਂ ਗੁਰੂ ਨੇ ਤੁਹਾਡੀ ਜਾਤ ਖਤਮ ਕਰਕੇ ਤੁਹਾਨੂੰ ਸਿੱਖ ਬਣਾ ਦਿੱਤਾ, ਸ਼ੂਦਰ ਤੋਂ ਤੁਹਾਨੂੰ ਖਾਲਸੇ ਬਣਾ ਦਿੱਤਾ, ਤੁਸੀਂ ਖਾਲਸੇ ਤੋਂ ਫੇਰ ਸ਼ੂਦਰ ਬਣੀ ਜਾਂਦੇ ਆ। ਇੱਕ ਕੋਈ ਭੈਣ ਸੀਗੀ ਉਹ ਕਹੀ ਜਾਂਦੀ ਆ ਵੀ ਮਾਈ ਭਾਗੋ ਜੱਟੀ ਸੀਗੀ, ਮਾਈ ਭਾਗੋ ਖਾਲਸਾ ਸੀਗੀ। ਸਹੀ ਹੈ ਕਿ ਗਲਤ ਹੈ ਜੀ? ਸੰਗਤ ਜਵਾਬ ਦੇਵੇ। ਉਹ ਇੱਕ ਭੈਣ ਆ, ਕੋਈ ਮੇਰੀ ਬੜੀ ਬਦਖੋਈ ਕਰਦੀ ਆ ਤੇ ਉਹ ਮੇਰੇ ਬਾਰੇ ਬੜਾ ਬੋਲਦੀ ਸੀਗੀ। ਤੇ ਕਈ ਵਾਰੀ ਕੁਝ ਲੋਕੀ ਹੁੰਦੇ ਆ ਜਿਹੜੇ ਕਿਸੇ ਵਾਸਤੇ ਕਬਰ ਪੁੱਟਦੇ ਆ ਤੇ ਉਹ ਆਪ ਹੀ ਕਬਰ 'ਚ ਡਿੱਗ ਪੈਂਦੇ ਆ। ਤੇ ਉਹ ਦੱਸੋ ਜੀ ਖਾਲਸਿਆਂ ਨੂੰ ਉਹ ਜਾਤ ਨਾਲ ਹੀ ਜੁੜੀ ਜਾਂਦੀ ਆ। ਕੋਈ ਕਹਿੰਦਾ ਜੀ ਭਿੰਡਰਾਂ ਵਾਲੇ ਬਰਾੜ ਜੱਟ ਨੇ। ਜੇ ਅਸੀਂ ਤੇ ਭਿੰਡਰਾਂ ਵਾਲੇ ਨੂੰ ਧਰਮੀ ਸਿੱਖ ਮੰਨਦੇ ਆ। ਧਰਮੀ ਦਾ ਮਤਲਬ ਮਜ਼ਹਬੀ ਜਾਤ ਨਹੀਂ ਆ। ਅਸੀਂ ਉਹਨਾਂ ਨੂੰ ਧਰਮੀ ਮੰਨਦੇ ਆ। ਭਿੰਡਰਾਂ ਵਾਲਾ ਧਰਮੀ ਸਿੱਖ ਆ, ਉਹਨਾਂ ਦੀ ਅਸੀਂ ਵੀ ਇੱਜ਼ਤ ਕਰਦੇ ਆ। ਲੇਕਿਨ ਕੁਝ ਲੋਕ ਨੇ ਜਿਹੜੇ ਦੇ ਨਾਮ ਦੇ ਨਾਲ ਲੱਗਾ ਹੈ, ਕੋਈ ਬਿੰਨੋ ਢਿੱਲੋਂ, ਕੋਈ ਫਲਾਣਾ ਗਰੇਵਾਲ, ਕੋਈ ਫਲਾਣਾ ਇੱਦਾਂ ਸਿੰਘ ਨਾਮ ਦੇ ਨਾਲ ਲਾਉਂਦੇ ਨਹੀਂ ਆ। ਬਿਲਕੁਲ ਜੀ ਬਿਲਕੁਲ। ਅੱਛਾ, ਆਪਾਂ ਜਾਂਦੇ ਇੱਕ ਹੋਰ ਸਵਾਲ ਜੀ ਮੇਰੇ ਦਿਲ 'ਚ ਆ ਰਿਹਾ ਸੀਗਾ ਕਿ ਜਿਵੇਂ ਤੁਹਾਨੂੰ ਟਰੋਲ ਹੋ ਰਿਹਾ, ਧਮਕੀਆਂ ਵੀ ਆ ਰਹੀਆਂ, ਤੇ ਲਾਸਟ ਜਾਂਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਦੇਖੋ ਜੀ ਗੱਲ ਇੱਦਾਂ ਆ, ਇਹ ਭਾਰਤ ਦੇਸ਼ ਆ, ਇੱਥੇ ਕਾਨੂੰਨ ਵਿਵਸਥਾ ਆ। ਇੱਥੇ ਵੱਡੇ ਵੱਡੇ ਖੱਬੀ ਖਾਨ ਜਿਹੜੇ ਸਰਕਾਰਾਂ ਜੇਬਾਂ 'ਚ ਪਾ ਕੇ ਘੁੰਮਦੇ ਹੁੰਦੇ ਸੀ ਨਾ, ਸੋਚਦੇ ਹੁੰਦੇ ਸੀ ਵੀ ਅਸੀਂ ਪਬਲਿਕ ਦੇ ਦਮ ਦੇ ਉੱਤੇ ਅਸੀਂ ਇਸ ਦੇਸ਼ 'ਚ ਰਾਜ ਕਰਾਂਗੇ ਜਾਂ ਅਸੀਂ ਸਰਕਾਰਾਂ 'ਤੇ ਰਾਜ ਕਰਾਂਗੇ। ਉਹ ਜੇਲ੍ਹਾਂ ਦੇ ਵਿੱਚ ਚੱਕੀਆਂ ਵੀ ਪੀਂਦੇ ਆ, ਚੱਕੀਆਂ ਚਲਾਉਂਦੇ ਆ। ਵੱਡੀਆਂ ਵੱਡੀਆਂ ਪਾਵਰਾਂ ਵਾਲੇ ਬੜੇ ਬੜੇ ਤਗੜੇ ਲੋਕ ਜਿਹੜੇ ਕਹਿੰਦੇ ਸੀ ਵੀ ਸਾਡੇ ਮਗਰ ਬੜੀ ਪਬਲਿਕ ਆ। ਸਮਝ ਗਏ? ਸੋ ਇਸ ਕਰਕੇ ਅਸੀਂ ਇਹ ਗੱਲ ਕਹਾਂਗੇ ਵੀ ਜਿਹੜੇ ਧਮਕੀਆਂ ਦਿੰਦੇ, ਸਾਨੂੰ ਪ੍ਰਸ਼ਾਸਨ ਦੇ ਉੱਤੇ ਭਰੋਸਾ ਆ। ਜਿਹੜੇ ਲੋਕ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਦਾ ਨਾਮ ਲੈ ਕੇ ਧਮਕੀਆਂ ਦਿੰਦੇ ਸੀ, ਮੈਂ ਕਹਿੰਦਾ ਆ ਵੀ ਮੈਂ ਨਹੀਂ ਸਿਕਿਉਰਿਟੀ ਮੰਗੀ। ਜਿਹੜੇ ਲੋਕ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਨੂੰ ਪਹਿਲਾਂ ਕਾਨੂੰਨੀ ਤੌਰ ਦੇ ਉੱਤੇ ਉਹਦੇ ਤੇ ਦਰਖਾਸਤ ਦੇਣ ਜਾਂਦੇ ਆ ਲੁਧਿਆਣੇ, 100-150 ਬੰਦਾ ਇਕੱਠਾ ਹੋ ਕੇ, ਗਰਮ ਖਿਆਲੀ ਭਿੰਡਰਾਂ ਵਾਲੇ ਨੂੰ ਮੰਨਣ ਵਾਲੇ ਲੋਕ, ਭਿੰਡਰਾਂ ਵਾਲੇ ਜਿਹਦੀ ਅਸੀਂ ਵੀ ਇੱਜ਼ਤ ਕਰਦੇ ਆ, ਪਰ ਭਿੰਡਰਾਂ ਵਾਲੇ ਜਿਹਨੂੰ ਮੰਨਣ ਵਾਲੇ ਲੋਕ ਉਹ ਪਹਿਲਾਂ ਮੇਰੇ ਤੇ ਦਰਖਾਸਤ ਦੇਣ ਜਾਂਦੇ ਆ ਵੀ ਜਦੋਂ ਤੁਸੀਂ ਕਾਨੂੰਨੀ ਕਾਰਵਾਈ ਕਰਵਾਏ ਆ, ਤੇ ਬਾਹਰ ਆਣ ਕੇ ਫਿਰ ਕਾਨੂੰਨ ਦੇ ਖਿਲਾਫ ਚਲੇ ਜਾਂਦੇ ਆ। ਬਾਹਰ ਆਣ ਕੇ ਕੁਝ ਨਿਹੰਗ ਸਿੰਘ ਨੇ ਜਿਹੜੇ ਸਾਡੇ, ਅਸੀਂ ਲਾਡਲੀਆਂ ਫੌਜਾਂ ਦੀ ਇੱਜ਼ਤ ਕਰਦੇ ਆ, ਪਰ ਕੁਝ ਇੱਦਾਂ ਦੇ ਲੋਕ ਨੇ ਜਿਹੜੇ ਮਤਲਬ ਕੁਝ ਲੋਕਾਂ ਦੀ ਗੁਲਾਮਗਿਰੀ ਕਰਨ ਦੇ ਆ। ਉਹਨਾਂ ਨੂੰ ਟੁੱਕੜ ਮਿਲ ਜਾਂਦੀ ਆ ਥੋੜੇ ਬਹੁਤ, ਤੇ ਉਹ ਬਾਣੇ ਨੂੰ ਵੀ ਲਾਜ ਲਾਈ ਜਾਂਦੇ ਆ। ਉਹ ਕੀ ਕਰਦੇ ਆ, ਪਹਿਲਾਂ ਮੇਰੇ ਤੇ ਦਰਖਾਸਤ ਦੇ ਕੇ ਆਉਂਦੇ, ਫਿਰ ਬਾਹਰ ਆਪਣੇ ਇਕੱਠੇ ਹੋ ਕੇ ਹਥਿਆਰ ਲਹਿਰਾ ਕੇ ਉਹ ਕਹਿੰਦੇ ਜੀ ਅਸੀਂ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਦਾ ਸਹੁਦਾ ਲਾਵਾਂਗੇ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਲਾਡਲੀਆਂ ਫੌਜਾਂ ਦੀ ਅਸੀਂ ਇੱਜ਼ਤ ਕਰਦੇ ਆ, ਤੇ ਜੇ ਡਾਕਟਰ ਗੁਰਿੰਦਰ ਦਾ ਸਹੁਦਾ ਲਾਵਾਂਗੇ। ਡਾਕਟਰ ਗੁਰਿੰਦਰ ਸਿੰਘ ਹਲਵਾ ਆ ਵੀ ਤਲੀ ਦੇ ਉੱਤੇ ਪਾਇਆ ਤੇ ਐਂ ਖਾ ਗਏ। ਡਾਕਟਰ ਗੁਰਿੰਦਰ ਤੁਹਾਡੇ ਕੋਲ ਤੇ ਫਿਰ ਕਿਰਪਾਨ ਹੋਊਗੀ, ਤੇ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਦੇ ਨਾਲ ਜਿਹੜੇ ਲੋਕ ਹੁੰਦੇ ਆ, ਜਾਂ ਡਾਕਟਰ ਗੁਰਿੰਦਰ ਸਿੰਘ, ਸੰਵਿਧਾਨ ਨੇ ਲਾਇਸੈਂਸ ਦਿੱਤਾ ਹੋਇਆ ਵੀ ਤੁਸੀਂ ਆਪਣੀ ਸੈਲਫ ਡਿਫੈਂਸ ਵਾਸਤੇ ਤੁਸੀਂ ਵੈਪਨ ਰੱਖ ਸਕਦੇ ਆ। ਤੇ ਫਿਰ ਦੇਖ ਲਓ ਵੀ ਕਿਰਪਾਨ ਦੇ ਨਾਲ ਵੈਪਨ ਦਾ ਮੁਕਾਬਲਾ ਕਰਵਾ ਲਓ। ਠੀਕ ਹੈ ਨਾ? ਇਸ ਕਰਕੇ ਸੰਵਿਧਾਨ ਦੇ ਦਾਇਰੇ 'ਚ ਰਹਿਣਾ ਪਊਗਾ। ਤੇ ਇਹ ਜਿਹੜੀਆਂ ਲਾਡਲੀਆਂ ਫੌਜਾਂ ਜਿਹੜੀਆਂ ਕਾਨੂੰਨ ਦੇ ਦਾਇਰੇ 'ਚੋਂ ਬਾਹਰ ਜਾ ਕੇ ਸੋਚ ਰਹੀਆਂ ਵੀ ਅਸੀਂ ਗੁੱਟ ਵੱਢ ਦਾਂਗੇ ਪੁਲਿਸ ਵਾਲਿਆਂ ਦੇ, ਅਸੀਂ ਬੰਦਾ ਮਾਰ ਕੇ ਟੰਗ ਦੇਵਾਂਗੇ ਸਿੰਘੂ ਬਾਰਡਰ ਤੇ, ਜਿਵੇਂ ਟੰਗਤਾ ਸੀ, ਜਿਵੇਂ ਅਸੀਂ ਕਪੂਰਥਲੇ ਦੇ ਵਿੱਚ ਗੁਰਦੁਆਰੇ 'ਚ ਬੰਦਾ ਮਾਰ ਕੇ ਟੰਗ ਦਿੱਤਾ ਸੀ, ਉਹ ਹੁਣ ਸਾਰੇ ਟੰਗੇ ਪਏ ਆ ਅੰਦਰ ਜੇਲ੍ਹਾਂ 'ਚ ਨੇ। ਇਹ ਦੇਸ਼ ਕਾਨੂੰਨ ਨਾਲ ਚੱਲਦਾ, ਭਾਰਤ ਦੇ ਸੰਵਿਧਾਨ ਨਾਲ ਚੱਲਦਾ ਆ। ਤੇ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਵੱਲ ਆਓ ਜੀ ਸਦਕੇ, ਤੇ ਜੋ ਤੁਸੀਂ ਬਣ ਕੇ ਆਓਗੇ ਡਾਕਟਰ ਗੁਰਿੰਦਰ ਸਿੰਘ ਉਹੀ ਬਣ ਕੇ ਤੁਹਾਡਾ ਮੁਕਾਬਲਾ ਕਰੂਗਾ। ਜੇ ਭਰਾ ਬਣ ਕੇ ਆਓਗੇ ਤਾਂ ਜੱਫੀ ਪਾਊਗਾ, ਜੇ ਦੁਸ਼ਮਣ ਬਣ ਕੇ ਆਓਗੇ ਤੇ ਫਿਰ ਇਹ ਦੇਖ ਲਓ ਵੀ ਆਇਓ ਜ਼ਰੂਰ, ਭਾਵੇਂ 100 ਆ ਜਾਓ 200 ਆ ਜਾਓ, ਲੇਕਿਨ ਜਾਣਾ ਕਿੱਦਾਂ ਆ ਉਹ ਇੰਤਜ਼ਾਮ ਕਰਕੇ ਆਇਓ। ਡਾਕਟਰ ਗੁਰਿੰਦਰ ਸਿੰਘ ਰੰਘਰੇਟਾ
ਇਹ ਉਹਦਾ ਵਾਰਸ ਆ ਬਾਬੇ ਜੀਵਨ ਸਿੰਘ ਜੀ ਦਾ, ਜਿਨ੍ਹਾਂ ਨੇ ਦਿੱਲੀ ਚਾਂਦਨੀ ਚੌਕ ਦੇ ਵਿੱਚੋਂ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਤੱਕ ਯੋਧਾ ਲੈ ਕੇ ਗਿਆ ਸੀ। ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਬਾਬਾ ਜੀਵਨ ਸਿੰਘ ਦਾ ਵਾਰਸ ਆ। ਕਿਤੇ ਭੁਲੇਖੇ 'ਚ ਨਾ ਰਹਿ ਜਿਓ, ਇਹ ਗਲਤਫਹਿਮੀਆਂ ਆ। ਕਾਨੂੰਨ ਦੇ ਦਾਇਰੇ 'ਚ ਰਹੋ। ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਕਾਨੂੰਨ ਦੇ ਦਾਇਰੇ 'ਚ ਰਹਿੰਦਾ, ਲਾ ਐਂਡ ਆਰਡਰ ਨੂੰ ਫੋਲੋ ਕਰਦਾ। ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਤਾਂ ਕੁੱਬੇ ਦੇ ਲੱਤ ਮਾਰੀ, ਕੁੱਬੇ ਨੂੰ ਰਾਸ ਆ ਗਈ। ਇਹਨਾਂ ਨੇ ਪ੍ਰਸ਼ਾਸਨ ਦੇ ਸਾਹਮਣੇ ਜਦੋਂ ਇਦਾਂ ਦੀਆਂ ਹਰਕਤਾਂ ਕੀਤੀਆਂ, CID ਨੇ ਖਬਰ ਦਿੱਤੀ, ਪ੍ਰਸ਼ਾਸਨ ਨੇ ਮੈਨੂੰ ਸਿਕਿਉਰ ਕਰ ਦਿੱਤਾ, ਮੇਰੀ ਪ੍ਰੋਟੈਕਸ਼ਨ ਕਰ ਦਿੱਤੀ ਆ। ਮੈਂ ਨਹੀਂ ਮੰਗੀ, ਪਰ ਪ੍ਰਸ਼ਾਸਨ ਨੇ ਮੈਨੂੰ ਸਿਕਿਉਰ ਕੀਤਾ। ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ, ਔਰ ਲੁਧਿਆਣਾ ਦੇ CP ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਜੀ। ਸ਼ੁਕਰੀਆ ਡਾਕਟਰ ਸਾਹਿਬ। ਧੰਨਵਾਦ। ਸੋ ਇਹ ਸਨ ਡਾਕਟਰ ਗੁਰਿੰਦਰ ਰੰਘਰੇਟਾ, ਜਿਨ੍ਹਾਂ ਨੇ ਕਾਫੀ ਗੱਲਬਾਤ ਕੀਤੀ ਕਿ ਉਹ ਕਿਉਂ ਬੋਲਦੇ ਆ, ਕਿਉਂ ਉਹਨਾਂ ਨਾਲ ਵਿਵਾਦ ਜੁੜਦੇ ਆ। ਤਾਂ ਤੁਹਾਨੂੰ ਇਹ ਗੱਲ ਕਿਵੇਂ ਲੱਗੀ, ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਜੁੜੇ ਰਹੋ ਦੁਨੀਆ ਦੇ ਨਾਲ।